ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਅਸੀਂ ਅੱਜ ਬੈਠੇ ਹਾਂ ਗੁਰਦੁਆਰਾ ਖਾਲਸਾ ਦਰਬਾਰ ਵਿਖੇ ਤੇ ਕੌਮ ਦੀ ਮਹਾਨ ਸ਼ਖਸੀਅਤ ਪ੍ਰਿੰਸੀਪਲ ਹਰਭਜਨ ਸਿੰਘ ਜੀ, ਜੋ ਕਿ ਪਿਛਲੇ ਦਿਨੀ ਚਲਾਣਾ ਕਰ ਗਏ ਨੇ। ਪ੍ਰਿੰਸੀਪਲ ਹਰਭਜਨ ਸਿੰਘ ਜੀ ਇੱਕ ਉਹ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਆਪਣੀ ਜ਼ਿੰਦਗੀ ਦੇ ਲਗਭਗ 45-46 ਸਾਲ ਸਿੱਖ ਕੌਮ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਲਾਏ ਨੇ। ਵਿਸ਼ੇਸ਼ ਤੌਰ ਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਫੀਲਡਗੰਜ ਲੁਧਿਆਣਾ, ਉਹਦੇ ਉਹ ਚੇਅਰਮੈਨ ਜੀਵਨ ਭਰ ਰਹੇ ਨੇ ਔਰ ਹਜ਼ਾਰਾਂ ਲੱਖਾਂ ਹੀ ਪ੍ਰਾਣੀਆਂ ਨੂੰ ਗੁਰਮਤਿ ਮਿਸ਼ਨਰੀ ਕੋਰਸ ਕਰਵਾ ਕੇ ਉਹਨਾਂ ਨੇ ਗੁਰੂ ਦੇ ਨਾਲ ਜੋੜਿਆ। ਗੁਰਬਾਣੀ ਦੀ ਸੂਝ ਸਮਝ ਬਖਸ਼ਿਸ਼ ਕੀਤੀ ਹੈ ਔਰ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਪ੍ਰਮਾਣਿਕ ਇਤਿਹਾਸ ਛੋਟੇ ਕਿਤਾਬਚਿਆਂ ਦੇ ਰੂਪ ਦੇ ਵਿੱਚ ਉਹਨਾਂ ਨੇ ਸਿੱਖ ਸੰਗਤਾਂ ਤੱਕ ਪਹੁੰਚਾਇਆ ਹੈ। ਵਹਿਮਾਂ ਭਰਮਾਂ ਬਾਰੇ ਅਨੇਕ ਤਰ੍ਹਾਂ ਦੇ ਗੁਰਮਤਿ ਲੇਖ ਉਹਨਾਂ ਨੇ ਲਿਖੇ ਨੇ ਕਿ ਸਿੱਖ ਧਰਮ ਦੇ ਮੁਤਾਬਕ ਸਾਡੇ ਜਿਹੜੇ ਗੁਰਪੁਰਬ ਨੇ, ਸ਼ਹੀਦੀ ਦਿਹਾੜੇ ਨੇ, ਇਹ ਹੀ ਸਾਡੇ ਤਿਉਹਾਰ ਨੇ। ਅਨਮਤੀ ਤਿਉਹਾਰਾਂ ਦਾ ਪ੍ਰਭਾਵ ਜਿਹੜਾ ਉਹ ਸਾਡੀ ਕੌਮ 'ਤੇ ਬਹੁਤ ਜ਼ਿਆਦਾ ਰਿਹਾ ਤੇ ਹੁਣ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੈ। ਪਰ ਉਹਨਾਂ ਨੇ ਬਹੁਤ ਹੀ ਦ੍ਰਿੜਤਾ ਦੇ ਨਾਲ ਜੀਵਨ ਭਾਰੇ ਕਾਰਜ ਕੀਤਾ ਕਿ ਗੁਰੂ ਕੀ ਬਾਣੀ ਦਾ, ਪੰਥ ਤੇ ਗ੍ਰੰਥ ਦਾ ਪ੍ਰਚਾਰ ਤੇ ਪ੍ਰਸਾਰ, ਵਿਸ਼ੇਸ਼ ਕਰਕੇ ਸਿੱਖ ਰਹਿਤ ਮਰਿਆਦਾ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਈ, ਉਹਦੇ ਮੁਦਈ ਬਣ ਕੇ ਉਹਨਾਂ ਨੇ ਜੀਵਨ ਭਰ ਉਸ ਨੂੰ ਆਪ ਜੀਵਿਆ ਵੀ ਹੈ ਤੇ ਨਾਲ ਨਾਲ ਉਹਦਾ ਪ੍ਰਚਾਰ ਤੇ ਪ੍ਰਸਾਰ ਵੀ ਕੀਤਾ ਹੈ। ਸੈਂਕੜੇ ਕਿਤਾਬਾਂ ਛੋਟੀਆਂ ਵੱਡੀਆਂ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਲਿਖੀਆਂ ਨੇ ਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਵਾਕ ਹੈ, ਕਾਇਆ ਕਾਗਦ ਜੇ ਥੀਐ ਪਿਆਰੇ, ਮਨ ਬਸਵਾਣੀ ਧਾਰ, ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ, ਧਨ ਵਪਾਰੀ ਨਾਨਕਾ ਪਿਆਰੇ, ਸਾਚ ਲਿਖੈ ਉਰ ਧਾਰ। ਇਹ ਬਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨੇ, ਜਿਸ ਵਿੱਚ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਜੇ ਸਾਡਾ ਸਰੀਰ ਜਿਹੜਾ ਉਹ ਕਾਗਜ਼ ਬਣ ਜਾਏ ਤੇ ਸਾਡਾ ਮਨ ਜਿਹੜਾ ਉਹ ਮਸਵਾਣੀ ਭਾਵ ਸਿਆਹੀ ਦੀ ਦਵਾਤ ਬਣ ਜਾਏ ਤੇ ਲਲਤਾ ਲੇਖਣ ਸੱਚ ਕੀ ਪਿਆਰੇ, ਸਾਡੀ ਜਿਹੜੀ ਜ਼ੁਬਾਨ ਹੈ ਇਹ ਸੱਚ ਨੂੰ ਲਿਖਣ ਵਾਲੀ ਕਲਮ ਹੋ ਜਾਏ। ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ, ਤੇ ਹਰੀ ਦੇ ਗੁਣਾਂ ਨੂੰ ਲਿਖਣਾ, ਉਹਨਾਂ ਦੀ ਵਿਚਾਰ ਕਰਨੀ, ਇਹ ਸਾਡੀ ਰਸਨਾ ਰੂਪੀ ਕਲਮ ਬਣ ਜਾਏ। ਤੇ ਗੁਰੂ ਨਾਨਕ ਸਾਹਿਬ ਨੇ ਅਸੀਸ ਦਿੱਤੀ ਵੀ ਧਨ ਵਪਾਰੀ ਨਾਨਕਾ ਪਿਆਰੇ। ਉਹ ਸੱਚ ਦੇ ਵਪਾਰੀ ਧਨ ਨੇ, ਹਰ ਸਾਚ ਲਿਖਿਆ ਉਰ ਧਾਰ, ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਇਸ ਤਰ੍ਹਾਂ ਦੇ ਕਾਗਜ਼ ਤੇ ਇਸ ਤਰ੍ਹਾਂ ਦੀ ਕਲਮ ਨਾਲ, ਇਸ ਤਰ੍ਹਾਂ ਦੀ ਸਿਆਹੀ ਦੇ ਨਾਲ ਸੱਚ ਲਿਖ ਲਿਆ। ਤੇ ਮੈਂ ਸਮਝਦਾ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪ੍ਰਿੰਸੀਪਲ ਹਰਭਜਨ ਸਿੰਘ ਹੋਣਾ ਨੇ ਗੁਰਸਿੱਖੀ ਜੀਵਨ ਨੂੰ ਜਿੱਥੇ ਆਪ ਜੀਵਿਆ, ਉਹਦਾ ਰਸਨਾ ਦੇ ਨਾਲ ਬੋਲ ਕੇ ਪ੍ਰਚਾਰ ਕੀਤਾ ਤੇ ਹਰ ਜਸ ਲਿਖੇ ਲਾਏ ਭਾਵਨੀ ਸੇ ਹਸਤ ਪਵਿੱਤਾ, ਤੇ ਬੜੀ ਭਾਵਨਾ, ਪਿਆਰ, ਸ਼ਰਧਾ ਦੇ ਨਾਲ ਗੁਰਸਿੱਖੀ ਦਾ ਪ੍ਰਮਾਣਿਕ ਜੋ ਇਤਿਹਾਸ ਹੈ, ਜੋ ਲਿਟਰੇਚਰ ਹੈ, ਉਹਨਾਂ ਨੇ ਸਿੱਖ ਸੰਗਤਾਂ ਤੱਕ ਪਹੁੰਚਾਇਆ ਤੇ ਬਹੁਤ ਵੱਡਾ ਕਾਰਜ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕੀਤਾ। ਅੱਜ ਉਹਨਾਂ ਦੇ ਜਾਣ ਨਾਲ ਕੌਮ ਦੇ ਵਿੱਚ ਬਹੁਤ ਵੱਡਾ ਘਾਟਾ ਪਿਆ ਹੈ।
ਗੁਰੂ ਕਿਰਪਾ ਕਰੇ ਉਹਨਾਂ ਵਰਗਾ ਗੁਰਮੁਖ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਦ੍ਰਿੜ ਇਰਾਦੇ ਵਾਲਾ ਮਹਾਰਾਜ ਸੱਚੇ ਪਾਤਸ਼ਾਹ ਕੌਮ ਨੂੰ ਹੋਰ ਬਖਸ਼ਣ, ਕਿਸੇ ਹੋਰ ਪਿਆਰੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈਣ ਤੇ ਪ੍ਰਿੰਸੀਪਲ ਸਾਹਿਬ ਜੀ ਦੀ ਵਿਛੜੀ ਆਤਮਾ ਨੂੰ ਅਕਾਲ ਪੁਰਖ ਪ੍ਰਮਾਤਮਾ ਸਦੀਵੀ ਕਾਲ ਲਈ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਉਂਝ ਤੇ ਗੁਰੂ ਦੇ ਪਿਆਰੇ ਸਦਾ ਹੀ ਗੁਰੂ ਦੇ ਚਰਨਾਂ ਵਿੱਚ ਰਹਿੰਦੇ ਨੇ, ਉਹਨਾਂ ਦਾ ਨਿਵਾਸ ਗੁਰੂ ਦੇ ਚਰਨਾਂ ਵਿੱਚ ਜਿਉਂਦਿਆਂ ਜੀ ਹੁੰਦਾ ਹੈ ਕਿ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਸੋ ਮੈਂ ਬੇਨਤੀ ਕਰਾਂਗਾ ਭਾਈ ਹਰਦੀਪ ਸਿੰਘ ਹੋਣਾ ਨੂੰ ਕਿ ਇਹਨਾਂ ਨੂੰ ਵੀ ਮੌਕਾ ਮਿਲਿਆ ਪ੍ਰਿੰਸੀਪਲ ਸਾਹਿਬ ਦੇ ਨਾਲ ਮਿਲਣ ਦਾ, ਤੇ ਦੂਸਰਾ ਜੋ ਬਾਬਾ ਬਕਾਲਾ ਸਾਹਿਬ ਸਰਕਲ ਹੈ ਸਿੱਖ ਮਿਸ਼ਨਰੀ ਕਾਲਜ ਦਾ, ਉਹਦੇ ਨਾਲ ਲਗਭਗ 3 ਸਾਲ ਦਾ ਸਮਾਂ ਇਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਤੇ ਆਪਣਾ ਇਹ ਤਜਰਬਾ ਸਾਂਝਾ ਕਰਨਗੇ ਵੀ ਕਿਵੇਂ ਮਿਸ਼ਨਰੀ ਕਾਲਜ ਸਿੱਖ ਕੌਮ ਦੇ ਪ੍ਰਚਾਰ ਪ੍ਰਸਾਰ ਲਈ ਤਤਪਰ ਹੈ ਤੇ ਘਰ ਘਰ ਤੱਕ ਗੁਰਸਿੱਖੀ ਦੀ ਮਹਿਕ ਫੈਲਾਉਣ ਵਾਸਤੇ, ਪਹੁੰਚਾਉਣ ਵਾਸਤੇ ਦਿਨ ਰਾਤ ਤਤਪਰ ਰਹਿੰਦਾ ਹੈ। ਕਿਵੇਂ ਨਿਸ਼ਕਾਮ ਭਾਵਨਾ ਵਾਲੇ ਵੀਰ ਜਿਹੜੇ ਆਪ ਆਪਣੀ ਕਿਰਤਕਾਰ ਕਰਦੇ ਨੇ ਤੇ ਆਪਣੇ ਸਮੇਂ ਦਾ ਦਸਵੰਧ ਵੀ ਕੱਢਦੇ ਨੇ, ਜਿੱਥੇ ਮਾਇਆ ਦਾ ਕੱਢਦੇ ਨੇ, ਤੇ ਗੁਰਸਿੱਖੀ ਦੇ ਪ੍ਰਚਾਰ ਲਈ ਡਟੇ ਹੋਏ ਨੇ। ਉਹ ਸਰਕਲ ਦੇ ਬਾਰੇ ਜੋ ਜਾਣਕਾਰੀ ਉਹ ਭਾਈ ਹਰਦੀਪ ਸਿੰਘ ਹੋਣੀ ਸਾਂਝੀ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਭਾਈ ਸਾਹਿਬ ਹੁਣਾਂ ਨੇ ਦੱਸਿਆ ਕਿ ਮੈਂ ਹਾਂ ਦਾਸ ਹਰਦੀਪ ਸਿੰਘ, ਤੇ ਮੈਂ ਥੋੜੀ ਜਿਹੀ ਇੰਟਰੋਡਕਸ਼ਨ ਦੇ ਦੇਵਾਂ। ਮੇਰੇ ਨਾਲ ਬੈਠੇ ਨੇ ਗਿਆਨੀ ਗੁਰਜੀਤ ਸਿੰਘ ਜੀ, ਗੁਰਦੁਆਰਾ ਖਾਲਸਾ ਦਰਬਾਰ, ਨਿਊ ਜਰਸੀ, ਬਰਲਿੰਗਟਨ, ਅਮਰੀਕਾ ਵਾਲੇ, ਤੇ ਜੋ ਕਿ ਸਿੱਖ ਕੌਮ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਪ੍ਰਿੰਸੀਪਲ ਹਰਭਜਨ ਸਿੰਘ, ਜੋ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਰੀਰ ਕਰਕੇ, ਤੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਵਾਸਤੇ ਅਸੀਂ ਬੈਠੇ ਹਾਂ। ਉਹਨਾਂ ਦੇ ਕੀਤੇ ਹੋਏ ਕਾਰਜਾਂ ਦੇ ਉੱਤੇ ਨਜ਼ਰ ਮਾਰਨ ਵਾਸਤੇ, 2 ਸ਼ਬਦ ਕਹਿਣ ਵਾਸਤੇ ਅਸੀਂ ਬੈਠੇ ਹਾਂ। ਤੇ ਬਹੁਤ ਵੱਡੀਆਂ ਸੇਵਾਵਾਂ ਆਪਣੇ ਜੀਵਨ ਦੇ ਵਿੱਚ ਪ੍ਰਿੰਸੀਪਲ ਸਾਹਿਬ ਹੋਣਾ ਨੇ ਨਿਭਾਈਆਂ। ਜਿੰਨਾ ਵੱਡਾ ਕਾਰਜ ਉਹ ਸੰਭਾਲਦੇ ਸਨ, ਮੈਂ ਤਾਂ ਹੈਰਾਨ ਹੈ ਕਿ ਇੰਨੀ ਜ਼ਿੰਮੇਵਾਰੀ ਜਿਹੜੀ ਆ, ਇੰਨੀ ਆਰਗੇਨਾਈਜ਼ ਜਿਹੜੀ ਆ, ਉਹ ਬੰਦਾ ਕੋਈ ਸੂਝਵਾਨ ਤੇ ਰੱਬ ਦੀ ਕਿਰਪਾ ਵਾਲਾ ਬੰਦਾ ਜਿਹੜਾ ਉਹੀ ਕਰ ਸਕਦਾ, ਜਿੰਨੀ ਕਾਰਜ ਜਿਹੜਾ ਉਹਨਾਂ ਨੇ ਪ੍ਰਚਾਰ ਦਾ ਪ੍ਰਸਾਰ ਦਾ ਸੰਭਾਲਿਆ। ਤੇ ਮੈਨੂੰ ਮੌਕਾ ਮਿਲਿਆ 3 ਸਾਲ ਨਾਲ ਰਹਿਣ ਦਾ ਸਰਕਲ ਬਾਬਾ ਬਕਾਲਾ, ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆ। ਤੇ ਸਰਕਲ ਦੇ ਵਿੱਚ ਵਿਚਰ ਕੇ ਪਤਾ ਲੱਗਾ ਵੀ ਇਸ ਕਾਲਜ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਕਿੰਨੀਆਂ ਹੀ ਮਹੱਤਵ ਰੱਖਦੀਆਂ ਨੇ ਕਿ ਸਿੱਖ ਕੌਮ ਦੀ ਨੀਂਹ ਮਜ਼ਬੂਤ ਕਰਨ ਵਾਸਤੇ, ਤੇ ਜਿਹੜੀ ਸਾਡੀ ਨਵੀਂ ਜਨਰੇਸ਼ਨ ਆ ਉਹਨੂੰ ਗੁਰਸਿੱਖੀ ਦੇ ਵਿੱਚ ਪਰਪੱਕ ਕਰਨ ਵਾਸਤੇ ਜਿਹੜੀਆਂ ਸਰਕਲਾਂ ਦੀਆਂ ਸੇਵਾਵਾਂ ਚੱਲਦੀਆਂ, ਉਹ ਨਾਲ ਰਹਿ ਕੇ ਮੈਨੂੰ ਸਾਰਾ ਜਿਹੜਾ ਹੈ ਉਹ ਜਾਣਕਾਰੀ ਮਿਲੀ ਤੇ ਤਜਰਬਾ ਜਿਹੜਾ ਉਹ ਮਿਲਿਆ। ਤੇ ਹੁਣ ਅਜੇ ਤੱਕ ਵੀ ਮੈਂ ਸਰਕਲ ਬਾਬਾ ਬਕਾਲਾ ਦੇ ਵਿੱਚ ਸਹਿਯੋਗੀ ਹਾਂ, ਸੇਵਾਦਾਰ ਹਾਂ, ਤੇ ਅਸੀਂ ਗੱਲਬਾਤ ਆਪਸ ਵਿੱਚ ਕਰਦੇ ਰਹਿੰਦੇ ਹਾਂ। ਸਾਨੂੰ ਬਹੁਤ ਬੜੀ ਘਾਟ ਮਹਿਸੂਸ ਹੁੰਦੀ ਆ ਪ੍ਰਿੰਸੀਪਲ ਸਾਹਿਬ ਦੇ ਜਾਣ ਦੀ ਕਿ ਬਹੁਤ ਵੱਡਾ ਕਾਰਜ ਉਹਨਾਂ ਨੇ ਪੰਥ ਵਾਸਤੇ ਕੀਤਾ। ਜੇ ਆਪਾਂ ਸਰਕਲਾਂ ਦੀ ਗੱਲ ਕਰੀਏ ਤੇ ਆਪਣੀ ਥਾਂ ਤੇ ਸਾਰੇ ਸਰਕਲ ਜਿਹੜੇ ਆ ਉਹ ਸੇਵਾਵਾਂ ਬੜੀ ਬਾਖੂਬੀ ਨਿਭਾ ਰਹੇ ਆ। ਤੇ ਬਾਬਾ ਬਕਾਲਾ ਸਰਕਲ ਦੇ ਜਿਹੜੇ ਮੁੱਖ ਸੇਵਾਦਾਰ ਆ, ਜਿਹੜੇ ਪ੍ਰਧਾਨ ਹਨ, ਇੰਦਰਜੀਤ ਸਿੰਘ ਜੀ, ਡਾਕਟਰ ਇੰਦਰਜੀਤ ਸਿੰਘ ਜੀ ਜੱਲੂਵਾਲ, ਤੇ ਉਹਨਾਂ ਦੇ ਨਾਲ ਰਹਿ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਤੇ ਲਗਭਗ 50 ਤੋਂ 60 ਦੇ ਕਰੀਬ ਸਕੂਲ ਆ ਸਾਡੇ ਇਲਾਕੇ ਦੇ ਵਿੱਚ, ਜਿਹੜੇ ਸਰਕਲ ਦੇ ਵਿੱਚ ਆਉਂਦੇ ਆ, ਜਿੱਥੋਂ ਤੱਕ ਅਸੀਂ ਪਹੁੰਚ ਕਰਦੇ ਰਹੇ ਆ ਕਿ ਬੱਚਿਆਂ ਨੂੰ ਧਾਰਮਿਕ ਪ੍ਰੀਖਿਆ ਦੇ ਪੇਪਰ ਜਿਹੜੇ ਆ ਉਹਨਾਂ ਦੇ ਲੈਣੇ, ਸਟੱਡੀ ਕਰਾਉਣੀ, ਉਹਨਾਂ ਦੀ ਸਟੱਡੀ ਦਾ ਪ੍ਰਬੰਧ ਕਰਨਾ, ਗੁਰਮਤਿ ਦੀ ਸਟੱਡੀ ਦਾ ਕਲਾਸਾਂ ਲਾਉਣੀਆਂ। ਉਸ ਤੋਂ ਬਾਅਦ ਜਦੋਂ ਧਾਰਮਿਕ ਪ੍ਰੀਖਿਆ ਦੇ ਪੇਪਰ ਹੋ ਜਾਂਦੇ ਨੇ ਤੇ ਸਾਰੇ ਸਕੂਲਾਂ ਦੇ ਵਿੱਚ ਇਨਾਮ ਵੰਡ ਕਰਨੀ, ਸਾਰੇ ਬੱਚਿਆਂ ਨੂੰ ਇਨਾਮ ਦੇਣੇ। ਜਿਹੜਾ ਵੀ ਕੋਈ ਪਹਿਲਾ ਸਥਾਨ, ਦੂਜਾ ਜਾਂ ਤੀਜਾ ਸਥਾਨ ਕਿਸੇ ਵੀ ਸਕੂਲ ਦਾ ਬੱਚਾ ਜਿਹੜਾ ਉਹ
ਪ੍ਰਾਪਤ ਕਰਦਾ ਤੇ ਉਹਨਾਂ ਨੂੰ ਮਾਨ ਸਨਮਾਨ ਜਿਹੜਾ ਸੀ ਉਹ ਦਿੱਤਾ ਜਾਂਦਾ। ਸੋ ਸਰਕਲ ਦੇ ਵਿੱਚ ਰਹਿ ਕੇ ਬਹੁਤ ਜ਼ਿਆਦਾ ਤਜਰਬੇ ਹੋਏ ਨੇ ਕਿ ਕਿਵੇਂ ਆਪਣੇ ਆਪ ਨੂੰ ਕੰਟਰੋਲ ਦੇ ਵਿੱਚ ਰੱਖ ਕੇ, ਸਬਰ ਸੰਤੋਖ ਰੱਖ ਕੇ ਤੇ ਬੜੇ ਸਿਦਕ ਦੇ ਨਾਲ, ਬੜੇ ਠਰਮੇ ਦੇ ਨਾਲ, ਬੜੀ ਨਿਮਰਤਾ ਦੇ ਨਾਲ ਰਹਿ ਕੇ ਤੇ ਆਪਾਂ ਸਮਾਜ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਜਿਹੜਾ ਉਹ ਕਰਨਾ, ਸਿੱਖੀ ਦੀ ਨੀਂਹ ਮਜ਼ਬੂਤ ਕਰਨ ਵਾਸਤੇ। ਸੋ ਪ੍ਰਿੰਸੀਪਲ ਸਾਹਿਬ ਹੋਣਾ ਨੇ ਇਕੱਲਾ ਪੰਜਾਬ ਦੇ ਵਿੱਚ ਨਹੀਂ, ਬਾਹਰਲੀਆਂ ਸਟੇਟਾਂ ਦੇ ਵਿੱਚ ਤੇ ਬਾਹਰਲੇ ਦੇਸ਼ਾਂ ਵਿੱਚ ਵੀ ਉਹਨਾਂ ਨੇ ਜਿਹੜੇ ਪ੍ਰਬੰਧ ਕਾਇਮ ਕੀਤੇ ਆ, ਜਿਨ੍ਹਾਂ ਦੀ ਕਿਰਪਾ ਦੇ ਨਾਲ, ਜਿਨ੍ਹਾਂ ਦੇ ਯਤਨਾਂ ਦੇ ਨਾਲ ਕਿ ਸਿੱਖ ਕੌਮ ਜਿਹੜੀ ਆ ਉਹ ਗੁਰਮਤਿ ਦੀ ਸਹੀ ਜਾਣਕਾਰੀ ਜਿਹੜੀ ਆ ਉਹ ਹਾਸਲ ਕਰ ਰਹੀ ਆ ਤੇ ਕੀਤੀ ਆ। ਤੇ ਮੇਰੇ ਤੋਂ ਪਹਿਲਾਂ ਮੇਰੇ ਵੱਡੇ ਵੀਰ ਜੀ ਭਾਈ ਗੁਰਜੀਤ ਸਿੰਘ ਜੀ, ਇਹਨਾਂ ਨੇ ਮੈਂ ਇੱਕ ਇੱਥੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦੇਵਾਂ ਕਿ ਅਸੀਂ ਸਭ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਨਾਲ ਸੰਬੰਧਿਤ ਰਹੇ ਹਾਂ, ਰਿਲੇਟਡ ਰਹੇ ਹਾਂ। ਤੇ ਉਸ ਤੋਂ ਬਾਅਦ ਅਸੀਂ ਬੰਬੇ ਸ਼ਹਿਰ ਦੇ ਵਿੱਚ ਚਲੇ ਗਏ ਹਾਂ। ਉੱਥੇ ਜਾ ਕੇ ਗਿਆਨੀ ਗੁਰਜੀਤ ਸਿੰਘ ਜੀ ਹੋਣਾ ਨੇ 2 ਸਾਲ ਦਾ ਪੱਤਰ ਵਿਹਾਰ ਕੋਰਸ ਕੀਤਾ ਤੇ ਉਹਨਾਂ ਨੂੰ ਸਿੱਖ ਮਿਸ਼ਨਰੀ ਕਾਲਜ ਬਾਰੇ, ਉਹਨਾਂ ਦੀਆਂ ਸੇਵਾਵਾਂ ਤੇ ਕਾਰਜ ਯਤਨਾਂ ਬਾਰੇ ਪਤਾ ਲੱਗਾ। ਉਹਨਾਂ ਨੇ ਸਟੱਡੀ ਕੀਤੀ। ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਪ੍ਰੇਰਣਾ ਕੀਤੀ ਤੇ ਮੈਂ ਵੀ 2 ਸਾਲ ਦਾ ਪੱਤਰ ਵਿਹਾਰ ਕੋਰਸ ਜਿਹੜਾ ਉਹ ਕੀਤਾ। ਤੇ ਜਦੋਂ ਅਸੀਂ ਪੱਤਰ ਵਿਹਾਰ ਕੋਰਸ ਕੀਤਾ ਤੇ ਉਹਦੇ ਵਿੱਚ ਜ਼ਮੀਨ ਤੇ ਅਸਮਾਨ ਦਾ ਸਾਡੀ ਲਾਈਫ ਦੇ ਵਿੱਚ, ਸਾਡੀ ਸਮਝ ਵਿੱਚ ਤੇ ਸਾਡੀ ਗੁਰਮਤਿ ਦੀ ਜਾਣਕਾਰੀ ਦੇ ਵਿੱਚ ਜ਼ਮੀਨ ਤੇ ਅਸਮਾਨ ਦਾ ਫਰਕ ਜਿਹੜਾ ਉਹ ਸਾਨੂੰ ਨਜ਼ਰ ਆਇਆ। ਤੇ ਸਾਨੂੰ ਲੱਗਦਾ ਕਿ ਜੇ ਸਹੀ ਜਾਣਕਾਰੀ ਅਸੀਂ ਲੈਣੀ ਆ ਤਾਂ ਸਿੱਖ ਮਿਸ਼ਨਰੀ ਕਾਲਜ ਦਾ ਜਿਹੜਾ 2 ਸਾਲ ਦਾ ਪੱਤਰ ਵਿਹਾਰ ਕੋਰਸ ਆ ਉਹ ਸਾਨੂੰ ਸਾਰਿਆਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ। ਤੇ ਸਿੱਖ ਫੁਲਵਾੜੀ ਮੈਗਜ਼ੀਨ ਜਿਹੜਾ ਸਿੱਖ ਆਪਣੇ ਮਿਸ਼ਨਰੀ ਕਾਲਜ ਵੱਲੋਂ ਕੱਢਿਆ ਜਾਂਦਾ ਤੇ ਉਹ ਵੀ ਪ੍ਰਿੰਸੀਪਲ ਸਾਹਿਬ ਹੋਣਾ ਦੀ ਦੇਣ ਆ। ਸਿੱਖ ਫੁਲਵਾੜੀ ਤੇ ਜਿਹੜੇ 2 ਸਾਲਾ ਪੱਤਰ ਵਿਹਾਰ ਕੋਰਸ ਜਿਹੜੇ ਲਾਏ ਜਾਂਦੇ ਆ ਉਹ ਵੀ ਪ੍ਰਿੰਸੀਪਲ ਸਾਹਿਬ ਹੋਣਾ ਦੀ ਦੇਣ ਆ। ਜਦੋਂ ਅਸੀਂ ਲੁਧਿਆਣੇ ਜਾਂਦੇ ਰਹੇ ਆ ਤੇ ਸਕੂਲ ਦੇ ਵਿੱਚ ਅਸੀਂ ਵੇਖਦੇ ਰਹੇ ਆ ਵੀ ਉਹ ਬੜੇ ਹੀ ਚੰਗੇ ਸੁਚੱਜੇ ਤਰੀਕੇ ਦੇ ਨਾਲ ਆਰਗੇਨਾਈਜ਼ ਕਰਦੇ ਨੇ ਕਿ ਪੂਰੇ ਪੰਜਾਬ ਦੀਆਂ ਸਕੂਲਾਂ ਦੇ ਵਿੱਚ ਕਿਵੇਂ ਆਪਾਂ ਕਿਤਾਬਾਂ ਦੀ ਵੰਡ ਕਰਨੀ ਆ, ਕਿਵੇਂ ਅਸੀਂ ਧਾਰਮ ਪ੍ਰੀਖਿਆ ਦੇ ਪੇਪਰ ਲੈਣੇ ਨੇ, ਕਿਵੇਂ ਕਲਾਸਾਂ ਲੱਗਣੀਆਂ ਨੇ, ਕਿਵੇਂ ਕੈਂਪ ਲਾਉਣੇ ਨੇ ਤੇ ਕਿਵੇਂ ਸਾਰੇ ਸਕੂਲਾਂ ਦੇ ਵਿੱਚ ਅਸੀਂ ਇਨਾਮ ਵੰਡ ਜਿਹੜੀ ਆ ਉਹ ਕਰਨੀ ਆ, ਬੱਚਿਆਂ ਨੂੰ ਇਨਾਮ ਦੇਣੇ ਨੇ। ਤਾਂ ਕਰਕੇ ਸਾਡੀ ਜਿਹੜੀ ਨਵੀਂ ਪਨੀਰੀ ਆ, ਸਾਡੀ ਨਵੀਂ ਜਨਰੇਸ਼ਨ ਜਿਹੜੀ ਆ ਉਹ ਮਜ਼ਬੂਤ ਹੋਵੇ ਤੇ ਉਹ ਗੁਰਮਤਿ ਦੀ ਜਾਣਕਾਰੀ ਜਿਹੜੀ ਉਹ ਹਾਸਲ ਕਰ ਸਕਣ। ਸੋ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਆ ਕਿ ਪ੍ਰਿੰਸੀਪਲ ਹਰਭਜਨ ਸਿੰਘ ਹੋਣਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਮੈਂ ਉਹਨਾਂ ਦੇ ਅੰਤਮ ਸੰਸਕਾਰ ਦੀ ਵੀਡੀਓ ਦੇਖਦਾ ਸੀ ਤੇ ਉਹਦੇ ਵਿੱਚ ਬੜੇ ਪਿਆਰ ਦੇ ਨਾਲ ਗੁਰਮਤਿ ਦੇ ਅਨੁਸਾਰ, ਸਿੱਖ ਰਹਿਤ ਮਰਿਆਦਾ ਦੇ ਅਨੁਸਾਰ, ਜਿਵੇਂ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਕਿ ਕਿਸੇ ਨੇ ਰੋਣਾ ਨਹੀਂ ਆ, ਪਿੱਟ ਸਿਆਪਾ ਨਹੀਂ ਕਰਨਾ। ਜਦੋਂ ਉਹਨਾਂ ਦਾ ਅੰਤਮ ਸੰਸਕਾਰ ਹੋ ਰਿਹਾ ਸੀ, ਅਸੀਂ ਵੀਡੀਓ ਸਾਰਿਆਂ ਨੇ ਵੇਖੀ ਆ ਤੇ ਸਾਰੇ ਹੀ ਗੁਰਮੁਖ ਪਿਆਰੇ ਪਰਿਵਾਰ ਦੇ ਮੈਂਬਰ ਜਿਹੜੇ ਨੇ ਉਹ ਗੁਰਬਾਣੀ ਦੇ ਸ਼ਬਦ ਪੜ੍ਹ ਰਹੇ ਨੇ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਤੇ ਮਨ ਦੇ ਵਿੱਚ ਇਹ ਫੀਲ ਹੋ ਰਿਹਾ ਸੀ ਵੀ ਵਾਕਈ ਅਸਲੀ ਦੇ ਵਿੱਚ ਜਿਹੜਾ ਗੁਰਮੁਖ ਆ ਉਹ ਆਪਣਾ ਜੀਵਨ ਸਵਾਰ ਕੇ ਦੇ ਦਰਗਾਹ ਦੇ ਵਿੱਚ ਗਿਆ ਹੈ। ਤੇ ਬੜਾ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਇਹੋ ਜਿਹੀਆਂ ਰੂਹਾਂ ਜਿਹੜੀਆਂ ਪ੍ਰਮਾਤਮਾ ਅੱਗੇ ਅਰਦਾਸ ਆ ਕਿ ਸੰਸਾਰ ਦੇ ਵਿੱਚ ਭੇਜਦਾ ਰਵੇ ਤੇ ਸੰਸਾਰ ਨੂੰ ਸਹੀ ਸੇਧਾਂ ਜਿਹੜੀਆਂ ਨੇ ਉਹ ਆਪਣੇ ਜੀਵਨ ਦੀਆਂ ਮਿਲਦੀਆਂ ਰਹਿਣ। ਸੋ ਇੱਕ ਹੋਰ ਘਟਨਾ ਮੈਂ ਫੇਸਬੁੱਕ ਤੇ ਵੇਖੀ ਆ ਕਿ ਜਦੋਂ ਪ੍ਰਿੰਸੀਪਲ ਸਾਹਿਬ ਹੋਣਾ ਦਾ ਬੇਟਾ ਐਕਸੀਡੈਂਟ ਹੋਇਆ, ਚੜ੍ਹਾਈ ਕੀਤੀ ਤੇ ਉਹਨਾਂ ਦੀ ਲਾਸ਼ ਪਈ ਆ, ਉਹਨਾਂ ਦੇ ਸਿਰ ਦੇ ਉੱਪਰੋਂ ਦੀ ਗੱਡੀ ਲੰਘੀ ਹੋਈ ਆ ਤੇ ਉੱਥੇ ਜਿੰਨਾ ਤੱਕ ਪੁਲਿਸ ਦੀ ਕਾਰਵਾਈ ਵਾਸਤੇ ਪੁਲਿਸ ਨੇ ਆਉਣਾ ਤੇ ਉਹਨਾਂ ਤੱਕ ਪ੍ਰਿੰਸੀਪਲ ਸਾਹਿਬ ਹੋਣੀ ਇੱਕ ਪਾਸੇ ਦੱਸਿਆ ਕਿ ਉਹਨਾਂ ਨੇ ਕਿਤਾਬਾਂ ਦਾ ਬੋਰਾ ਵੀ ਨਾਲ ਚੁੱਕਿਆ ਹੋਇਆ ਸੀ, ਸਟਾਲ ਲਾਉਣ ਜਾਣਾ ਸੀ ਤੇ ਇੱਕ ਪਾਸੇ ਸੜਕ ਦੇ ਉੱਪਰ, ਰੋਡ ਦੇ ਉੱਪਰ ਬੱਚੇ ਦੀ ਲਾਸ਼ ਪਈ ਆ 10-12 ਸਾਲ ਦੇ ਦੀ। ਤੇ ਉਹ ਪ੍ਰਿੰਸੀਪਲ ਸਾਹਿਬ ਉੱਥੇ ਬੈਠ ਕੇ ਗੁਟਕਾ ਸਾਹਿਬ ਲੈ ਕੇ ਤੇ ਉਹ ਪ੍ਰਮਾਤਮਾ ਦਾ ਭਾਣਾ ਮੰਨਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਜਿਹੜਾ ਉਹ ਕਰਦੇ ਸੀ। ਤੇ ਇਹੋ ਜਿਹੀਆਂ ਰੂਹਾਂ ਜਿਹੜੀਆਂ ਨੇ ਬਹੁਤ ਘੱਟ ਮਿਲਦੀਆਂ ਨੇ ਤੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਤੇ ਅੱਗੇ ਤੋਂ ਇਹ ਕਾਮਨਾ ਕਰਦੇ ਆਂ, ਅਰਦਾਸ ਕਰਦੇ ਆਂ ਕਿ ਸਿੱਖ ਮਿਸ਼ਨਰੀ ਕਾਲਜ ਦੀ ਤੇ ਗੁਰਮਤਿ ਦੇ ਪ੍ਰਚਾਰ ਦੀਆਂ ਜਿਹੜੀਆਂ ਸੇਵਾਵਾਂ ਸਾਡੇ ਆਉਣ ਵਾਲੇ ਵੀਰਾਂ ਨੇ ਜਿਨ੍ਹਾਂ ਨੇ ਇਹ ਸੇਵਾ ਸੰਭਾਲਣੀ ਆ, ਪਰਮਾਤਮਾ ਉਹਨਾਂ ਨੂੰ ਬਲ ਬਖਸ਼ੇ ਤੇ ਉਹ ਪ੍ਰਿੰਸੀਪਲ ਸਾਹਿਬ ਹੋਣਾ ਦੀ ਥਾਂ ਤੇ ਜੋ ਵੀ ਉਹਨਾਂ ਨੇ ਕਾਰਜ ਆਰੰਭੇ ਸੀ ਉਹਨਾਂ ਨੂੰ ਉਹ ਅੱਗੇ ਚਲਾਉਂਦੇ ਰਹਿਣ, ਤੋਰਦੇ ਰਹਿਣ ਤੇ ਸਿੱਖ ਕੌਮ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਹੁੰਦਾ ਰਹੇ ਤੇ ਸਾਡੀ ਨਵੀਂ ਪਨੀਰੀ ਜਿਹੜੀ ਆ ਉਹ ਨਸ਼ਿਆਂ ਤੋਂ ਦੂਰ ਹੋ ਕੇ
ਕਰਮ ਕਾਂਡਾਂ ਅੰਧ ਵਿਸ਼ਵਾਸਾਂ ਤੋਂ ਦੂਰ ਹੋ ਕੇ ਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੁੜ ਸਕਣ ਤੇ ਆਪਣੇ ਜੀਵਨ ਨੂੰ ਵਧੀਆ ਬਣਾ ਸਕਣ। ਸੋ ਮੈਂ ਬੇਨਤੀ ਕਰਦਾ ਵੀ ਜੇ ਹੋਰ ਕੋਈ ਗੱਲ ਭਾਈ ਗੁਰਜੀਤ ਸਿੰਘ ਦੇ ਵਿੱਚ ਐਡ ਕਰਨਾ ਚਾਹਣ ਤਾਂ ਉਹ ਕਰ ਸਕਦੇ ਨੇ। ਸੋ ਗੁਰੂ ਦੀ ਕਿਰਪਾ ਨਾਲ ਪ੍ਰਿੰਸੀਪਲ ਹਰਭਜਨ ਸਿੰਘ ਹੋਣਾ ਨੇ ਇੱਕ ਸੁਚੱਜਾ ਜੀਵਨ ਜੀਵਿਆ ਤੇ ਜੀਵਨ ਮੁਕਤ ਸਚਾਵਾ ਚੋਲਾ ਅਸੀਂ ਇਹ ਸ਼ਬਦ ਵਰਤ ਸਕਦੇ ਹਾਂ। ਸੋ ਅਰਦਾਸ ਹੀ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਕਿ ਪਾਤਸ਼ਾਹ ਇਸੇ ਤਰ੍ਹਾਂ ਦਾ ਦ੍ਰਿੜ ਵਿਸ਼ਵਾਸ ਵਾਲਾ ਸਿੱਦਕੀ ਮਿਹਨਤੀ ਗੁਰਸਿੱਖ ਜਿਹੜਾ ਹੈ ਉਹ ਇਸ ਸੰਸਥਾ ਨੂੰ ਬਖਸ਼ੋ। ਕਿਸੇ ਵੀ ਸਿੱਖ ਦੇ ਸਿਰ ਤੇ ਮਿਹਰ ਭਰਿਆ ਹੱਥ ਸਤਿਗੁਰੂ ਜੀ ਤੁਸੀਂ ਆਪ ਰੱਖੋ, ਕਿਉਂਕਿ ਜਦੋਂ ਗੁਰੂ ਦੀ ਕਿਰਪਾ ਵਰਤਦੀ ਹੈ ਤੇ ਗੁਰੂ ਮਿਹਰ ਕਰਕੇ ਆਪਣੀ ਸੇਵਾ ਜਿਹੜੀ ਉਹ ਆਪ ਕਰਾ ਲੈਂਦਾ। ਸੋ ਸਤਿਗੁਰੂ ਮਿਹਰ ਕਰੇ, ਬਸ ਇੰਨੇ ਹੀ ਸ਼ਬਦ ਕਹਿ ਕੇ ਖਿਮਾ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।